ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਤੱਕ ਸਰਵਣ ਕਰਦਿਆਂ ਇਤਨਾ ਪ੍ਰੇਮ ਸਹਿਤ ਆਪ ਜੀ ਨੇ ਸਰਵਣ ਕੀਤਾ ਕਿ ਇਸਲਾਮ ਜਗਤ ਦੇ ਆਂਗਨ ਵਿੱਚ ਚਮਨ ਸਥਾਨ ਵਿੱਚ ਪੈਦਾ ਹੋਏ ਮਹਾਨ ਰੱਬੀ ਪਿਆਰ ਦੀ ਮਹਿਕ ਵਾਲੇ ਫੁੱਲ ਪੀਰ ਭੀਖਨ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਤੇ ਝਲਕ ਪ੍ਰਾਪਤ ਹੋਈ ਕਿ ਮੇਰਾ ਖੁਦਾ ਪਟਨਾ ਸਾਹਿਬ ਵਿੱਚ ਪ੍ਰਗਟ ਹੋਇਆ। ਉਸਨੇ ਉਸ ਦਿਨ ਨਮਾਜ਼ ਵਿੱਚ ਸਜਦਾ ਪਟਨਾ ਸਾਹਿਬ ਵੱਲ ਉਤਾਰਿਆ ਔਰ ਬਾਰ-ਬਾਰ ਇਸ ਪਾਸੇ ਨਮਸਕਾਰਾਂ ਕੀਤੀਆਂ। ਮੁਰੀਦਾਂ ਨੇ ਪੁੱਛਿਆ, ਆਖਿਆ, ਐ ਪੀਰ ਜੀ ਤੁਸੀਂ ਅੱਜ ਕਾਬੇ ਵੱਲ ਸਜਦਾ ਨਹੀਂ ਕੀਤਾ। ਉਹ ਕਹਿਣ ਲੱਗੇ, ਖੁਦਾ ਇੱਧਰ ਪ੍ਰਗਟ ਹੋਇਆ, ਮੈਂ ਖੁਦਾ ਨੂੰ ਸਜਦਾ ਕੀਤਾ। ਅੰਬਾਲੇ ਦੇ ਕੋਲੋਂ ਕੋਈ 1300 ਲਗਭਗ ਕਿਲੋਮੀਟਰ ਸਫ਼ਰ ਕਰਕੇ 13 ਦਿਨਾਂ ਵਿੱਚ ਨਾ ਰਾਤ ਸੁੱਤਾ ਨਾ ਦਿਨੇ ਰੁਕਿਆ। ਜੋ ਕੁਝ ਕੰਦ ਮੂਲ ਮਿਲਿਆ ਖਾਂਦਾ ਹੋਇਆ। ਜਿੱਥੇ ਬਹੁਤ ਨੀਂਦ ਆਈ ਥੋੜ੍ਹਾ ਜਿਹਾ ਸੌਂ ਕੇ ਤੇ ਜਾਗ ਆਈ ਤੇ ਫਿਰ ਚੱਲ ਪਿਆ। ਉਹ ਠਹਿਰਨ ਜਾਚ ਨਾ ਜਾਣਦਾ। ਇਸ ਤਰ੍ਹਾਂ ਦੀ ਮਨ ਦੀ ਅਵਸਥਾ ਬਣੀ ਹੋਈ ਸੀ ਤੇ ਪ੍ਰੇਮ ਭਿਜਿਆ ਹਿਰਦਾ ਲੈ ਕੇ ਇਹ ਤਖ਼ਤ ਸਾਹਿਬ ਜੀ ਦੇ ਦੁਆਰ ਦੇ ਬਾਹਰ ਇੱਕ ਦਰਸ਼ਨੀ ਡਿਉੜੀ ਬਣੀ ਹੋਈ ਹੈ। ਪਹਿਲੇ ਇੱਥੇ ਲਿਖਿਆ ਹੁੰਦਾ ਸੀ ਸਾਰਾ ਇਤਿਹਾਸ, ਤੇ ਹੁਣ ਇਮਾਰਤ ਨਵੀਂ ਬਣ ਕਰਕੇ ਹਾਲੇ ਉਹ ਲਿਖਣਾ ਬਾਕੀ ਹੈ। ਇਸ ਦਰਵਾਜ਼ੇ ਰਾਹੀਂ ਪ੍ਰਵੇਸ਼ ਕੀਤਾ। ਦਰਵਾਜ਼ੇ ਦੇ ਬਾਹਰ ਉਹ ਖੜਾ ਰਿਹਾ। ਇਸ ਦਰਵਾਜ਼ੇ ਤੋਂ ਗੁਰੂ ਤੇਗ ਬਹਾਦਰ ਜੀ ਅੰਦਰ ਆਏ ਸਨ ਪਰਿਵਾਰ ਸਮੇਤ। ਉਹ ਦਰਸ਼ਨੀ ਡਿਉੜੀ ਪੁਰਾਤਨ ਮੌਜੂਦ ਹੈ। ਆਉਣ ਵਾਲੇ ਦਿਨਾਂ ਵਿੱਚ ਉਸ ਨੂੰ ਸਵਾਰ ਬਣਾ ਕੇ ਗੁੰਮਦ ਜਿਹੜਾ ਹੈ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਾਵਨ ਲੜੀ ਦਾ ਵੀ ਪ੍ਰਾਵਧਾਨ ਹੈ। ਮਹਾਰਾਜ ਕਰੇ ਜਲਦੀ ਤਿਆਰ ਹੋ ਜਾਏ। ਇਸ ਗਲੀ ਨੂੰ ਬੜੇ ਲੋਕਾਂ ਦੀ ਗਲੀ ਕਹਿੰਦੇ ਸਨ। ਬਈ ਵੱਡੇ ਲੋਕ ਇੱਥੇ ਰਹਿੰਦੇ ਨੇ। ਸਾਲਸਰਾਏ ਜੌਹਰੀ ਵਰਗੇ ਅਮੀਰ ਲੋਕਾਂ ਦੀ ਇਹ ਗਲੀ ਸੀ ਤੇ ਹੌਲੀ ਹੌਲੀ ਨਾਮ ਬਦਲ ਕੇ ਬਾੜੇ ਕੀ ਗਲੀ ਹੋ ਗਿਆ। ਬੜਾ ਜਾਂ ਬਾੜਾ ਇੱਕੋ ਹੀ ਭਾਵ ਹੈ। ਤੇ ਵਾਕਈ ਇਸ ਗਲੀ ਵਰਗਾ ਵੱਡਾ ਸਥਾਨ ਦੁਨੀਆ ਤੇ ਨਹੀਂ ਹੈ ਜਿੱਥੇ ਅਨੰਤ ਬ੍ਰਹਿਮੰਡਾਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸ੍ਰੀ ਮਾਤ ਨਾਨਕੀ, ਮਾਤ ਗੁਜਰੀ ਸਾਹਿਬਾ ਔਰ ਮਾਮਾ ਕਿਰਪਾਲ ਚੰਦ ਜੀ ਸਮੇਤ ਪਧਾਰੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਇੱਥੇ ਹੋਇਆ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਾਵ ਲਿਓ। ਵਾਕਈ ਇਸ ਵਰਗੀ ਵੱਡੀ ਗਲੀ ਹੋਰ ਕੋਈ ਦੁਨੀਆ ਤੇ ਨਹੀਂ। ਹੌਲੀ ਹੌਲੀ ਮਕਾਨ ਬਣਦੇ ਗਏ ਤੇ ਗਲੀ ਦਾ ਆਕਾਰ ਛੋਟਾ ਹੁੰਦਾ ਗਿਆ।
ਪੁਰਾਣੇ ਸਮੇਂ ਗਲੀਆਂ ਬਹੁਤੀਆਂ ਖੁੱਲੀਆਂ ਹੁੰਦੀਆਂ ਵੀ ਨਹੀਂ ਸਨ। ਘੋੜਾ ਲੰਘਣਾ, ਬੰਦਾ ਲੰਘਣਾ, ਅੱਜ ਵਾਂਗੂ ਮੋਟਰਾਂ ਕਾਰਾਂ ਇਸ ਤਰ੍ਹਾਂ ਦੇ ਸਾਧਨ ਨਹੀਂ ਸਨ। ਪਰ ਵੱਡੇ ਲੋਕਾਂ ਦਾ ਮੁਹੱਲਾ ਹੋਣ ਕਰਕੇ ਇਸ ਨੂੰ ਵੱਡਿਆਂ ਦੀ ਗਲੀ ਕਹਿੰਦੇ ਸਨ। ਇਸ ਰਾਹੀਂ ਮਹਾਰਾਜ ਜੀ ਪ੍ਰਵੇਸ਼ ਹੋਏ। ਪੀਰ ਭੀਖਨ ਸਾਹਿਬ ਇਸੇ ਹੀ ਦੁਆਰ ਦੇ ਬਾਹਰ ਆ ਕੇ ਬੈਠੇ। ਬੜੀਆਂ ਬੇਨਤੀਆਂ ਕੀਤੀਆਂ। ਮਨ ਤਾਲਬੇ ਦੀਦਾਰ ਅਮ, ਮੈਂ ਦੀਦਾਰ ਕਰਨ ਵਾਸਤੇ ਆਇਆ ਹਾਂ। ਔਰ ਇਸ ਢੰਗ ਦੇ ਨਾਲ ਜਦ ਬਾਰ-ਬਾਰ ਦੇਖਿਆ, ਹਠ ਫਕੀਰ ਨੇ ਕਰਿਓ ਵਡੇਰੋ, ਉਠੇ ਨਹੀਂ ਬਿਨ ਦਰਸ਼ਨ ਹੇਰੇ। ਹਠ ਬਟ ਫਕੀਰ ਨੇ ਕਰਿਓ ਵਡੇਰੇ, ਬਈ ਜਿਤਨੀ ਦੇਰ ਦੀਦਾਰ ਨਹੀਂ ਹੋਵੇਗਾ ਮੈਂ ਉਠਾਂਗਾ ਨਹੀਂ, ਨਾ ਭੋਜਨ ਕਰਾਂ। ਸਵਾਸ ਨਿਕਲ ਜਾਣਗੇ ਪਰ ਮੈਂ ਵਾਪਸ ਨਹੀਂ ਜਾਵਾਂਗਾ। ਮਾਤ ਨਾਨਕੀ ਸੁਣ ਤਿਸ ਕਾਲ, ਕਹਿਓ ਬਾਕ ਸੁਨ ਭਰਾਤ ਕਿਰਪਾਲ। ਮਾਤਾ ਨਾਨਕੀ ਜੀ ਆਖਣ ਲੱਗੇ, ਹੇ ਗੁਜਰੀ ਦੇ ਭਰਾਤਾ ਕਿਰਪਾਲ ਚੰਦ ਜੀ, ਅੰਤਰ ਪੌਰ ਪ੍ਰਿਅੰਕ ਟਸਾਵੋ, ਰਛਿਆ ਸਰਬ ਪ੍ਰਕਾਰ ਕਰਾਵੋ। ਹਰ ਤਰ੍ਹਾਂ ਨਾਲ ਸੁਰੱਖਿਆ ਦਾ ਪ੍ਰਬੰਧ ਕਰੋ ਤੇ ਬਾਹਰ ਵਿਹੜੇ ਵਿੱਚ ਘਰ ਦੇ ਅੰਦਰ ਹੀ ਸੋਹਣਾ ਪਲੰਗ ਵਿਛਾਓ। ਜਦ ਫਕੀਰ ਦੇ ਹੱਠ ਨੂੰ ਦੇਖਿਆ, ਸਿੱਖ ਸੇਵਕ ਸਭ ਹੀ ਹੋਏ ਧੀਰ, ਫਰਸ਼ ਕਰਾਓ ਸੁੰਦਰ ਚੀਰ। ਸਾਰੇ ਸਿੱਖ ਸੇਵਕ ਲਾਗੇ ਰਹਿਣ, ਸੋਹਣੇ ਫਰਸ਼ ਵਿਛਾਓ, ਸੋਹਣੇ ਬਸਤਰ ਉੱਪਰ ਪਾਓ ਵਿਛਾਓ। ਗਾਵੇਂ ਗੁਰ ਕੇ ਸ਼ਬਦ ਉਦਾਰ, ਆਪਨ ਰਬਾਬੀ ਲਿਹੋ ਹਕਾਰ। ਦੀਵਾਨ ਲਗਾਓ, ਰਬਾਬੀ ਕੀਰਤਨ ਕਰਨ ਵਾਲੇ ਆ ਜਾਵਣ। ਤੇ ਇਹ ਮਹਾਰਾਜ ਜੀ ਦੀ ਮਹਿਲ ਵਿੱਚੋਂ ਪਹਿਲੀ ਜਗਤ ਦੀ ਬਾਹਰ ਫੇਰੀ, ਪਹਿਲੇ ਕਦਮ ਬਾਹਰ ਨਿਕਲਣਗੇ, ਪਹਿਲਾ ਕੌਤਕ ਵਰਤੇਗਾ, ਪਹਿਲੀ ਝਲਕ ਜਗਤ ਨੂੰ ਮਿਲੇਗੀ। ਇਸ ਲਈ ਬਹੁਤ ਤਿਆਰੀ ਕੀਤੀ ਗਈ, ਬਹੁਤ ਸੋਹਣੇ ਫਰਸ਼ ਵਿਛਾਏ ਗਏ, ਦਰੀਆਂ ਆਦਿਕ ਵਿਛਾਈਆਂ ਗਈਆਂ। ਫਰਸ਼ ਗਲੀਚੇ ਗਿਲਮ ਕੋ ਰਚਿਓ ਰੁਚਰ ਇੱਕ ਸਾਰ। ਤੇ ਬਹੁਤ ਸਾਰੇ ਗਰਮ ਗਲੀਚੇ ਵਿਛਾਏ ਗਏ, ਕਿਉਂਕਿ ਠੰਡ ਦਾ ਮੌਸਮ ਸੀ। ਹੁਣ ਵੀ ਤੁਸੀਂ ਦੇਖ ਰਹੇ ਹੋ ਕਿਤਨੀ ਠੰਡ ਹੈ। ਪੰਜਾਬ ਵਿੱਚ ਤਾਂ ਠੰਡ ਹੋਰ ਜ਼ਿਆਦਾ ਹੈ, ਇੱਥੇ ਅਜੇ ਥੋੜ੍ਹੀ ਜਿਹੀ ਘੱਟ ਹੈ, ਪਰ ਹੌਲੀ ਹੌਲੀ ਇਹਨਾਂ ਦਿਨਾਂ 'ਚ ਠੰਡ ਵੱਧ ਜਾਂਦੀ ਹੈ। ਇੱਕ ਦਰਿਆ ਦੋਵੇਂ ਪਾਸੇ ਨੇ ਇਸ ਸ਼ਹਿਰ ਦੇ, ਪੁੰਨ ਦਰਿਆ ਤੇ ਦਰਿਆ ਗੰਗਾ। ਇਹ ਇੱਕ ਟਾਪੂ ਦੀ ਤਰ੍ਹਾਂ ਹੈ, ਇੱਕ ਜਜ਼ੀਰੇ ਦੀ ਤਰ੍ਹਾਂ ਲੰਬਾ ਲੰਬਾ ਇਹ ਸ਼ਹਿਰ ਹੈ। ਇਸ ਦਾ ਆਪਣਾ ਇੰਟਰਨੈਸ਼ਨਲ ਏਅਰਪੋਰਟ ਔਰ 10 ਤੋਂ ਵੱਧ ਇਹਦੇ ਰੇਲਵੇ ਸਟੇਸ਼ਨ ਨੇ। ਪਾਟਲੀਪੁੱਤਰ ਉਤਰ ਜਾਓ, ਹਾਜੀਪੁਰ ਉਤਰ ਜਾਓ, ਦਾਨਾਪੁਰ, ਪਟਨਾ ਜੰਕਸ਼ਨ, ਪਟਨਾ ਸਾਹਿਬ, ਰਾਜਿੰਦਰ ਨਗਰ, 10 ਤੋਂ ਵੱਧ ਇਸ ਸ਼ਹਿਰ ਦੇ ਆਪਣੇ ਇਸ ਵੇਲੇ ਰੇਲਵੇ ਸਟੇਸ਼ਨ ਨੇ, ਛੋਟੇ ਵੱਡੇ ਪਾ ਕੇ ਟਰਮੀਨਲ ਨੇ। ਤੇ ਮੈਂ ਸੋਚਦਾ ਇਹ ਸ਼ਹਿਰ ਇਸ ਲਈ ਇਤਨਾ ਵੱਡਾ ਹੈ ਤੇ 10 ਇਹਦੇ ਰੇਲਵੇ ਸਟੇਸ਼ਨ ਨੇ, ਤਾਂ ਮੈਂ ਇਸ ਨਾਲ ਜੋੜ ਕੇ ਦੇਖਦਾ ਵੀ 10ਵੇਂ ਪਾਤਸ਼ਾਹ ਦਾ ਇੱਥੇ ਪ੍ਰਗਟ ਹੋਣਾ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਨਮ ਹੋਇਆ। ਇਸ ਲਈ ਇਸ ਸ਼ਹਿਰ ਦੇ ਨਾਮ ਨਾਲ ਸਾਹਿਬ ਸ਼ਬਦ ਜੁੜਿਆ। ਪਹਿਲੇ ਇਹਦੇ ਵੱਖ-ਵੱਖ ਨਾਮ ਰਹੇ, ਪਰ ਸਾਹਿਬ ਇਹਦੇ ਨਾਲ ਉਦੋਂ ਜੁੜ ਗਿਆ ਜਦੋਂ ਸੰਸਾਰ ਦੇ ਸਾਹਿਬ, ਅਨੰਤ ਬ੍ਰਹਿਮੰਡਾਂ ਦੇ ਸਾਹਿਬ ਮਾਲਕ ਗੁਰੂ ਗੋਬਿੰਦ ਸਿੰਘ ਜੀ ਦਾ ਇੱਥੇ ਜਨਮ ਹੋਇਆ। ਉਸ ਤੋਂ ਬਾਅਦ ਇਹਦਾ ਨਾਮ ਨਹੀਂ ਬਦਲਿਆ, ਪਟਨਾ ਸਾਹਿਬ ਹੀ ਨਾਮ ਰਿਹਾ। ਸੋਹਣੇ ਫਰਸ਼ ਵਿਛਾਏ ਗਏ ਗਰਮ, ਤੇ ਇੱਕ ਸਾਰ ਕੰਚਨ ਖਚਤ ਪ੍ਰਿਅੰਕ ਤੇ ਆਸਤਰਨ ਜਿਸ ਚਾਰ। ਤੇ ਸੋਹਣਾ ਜੜਿਆ ਹੋਇਆ ਪਲੰਗ, ਤੇ ਜਿਸ ਤੇ ਸੋਹਣੇ ਵਿਛਾਉਣੇ ਵਿਛਾਏ ਗਏ ਨੇ। ਇਸ ਤਰ੍ਹਾਂ ਜਗਤ ਗੁਰੂਦੇਵ ਅੰਮ੍ਰਿਤ ਕੇ ਦਾਤੇ
ਪੰਥ ਵਾਲੀ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਹਿਲੀ ਝਲਕ ਸੰਸਾਰ ਨੇ ਦੇਖੀ, ਪਹਿਲੀ ਝਲਕ ਪ੍ਰਾਪਤ ਹੋਈ। ਪਰ ਸੰਸਾਰ ਕਰਕੇ ਨਹੀਂ ਹੋਈ, ਇਹ ਭੀਖਨ ਸ਼ਾਹ ਦੀ ਬੰਦਗੀ ਕਰਕੇ ਪਹਿਲੀ ਝਲਕ ਜਗਤ ਨੂੰ ਮਿਲੀ। ਉਹਦੀ ਇਬਾਦਤ, ਉਹਦੀ ਸ਼ਰਧਾ, ਉਹਦਾ ਪ੍ਰੇਮ, ਉਹਦਾ ਸਮਰਪਣ, ਉਹਨਾਂ ਦੀ ਬੰਦਗੀ ਵਾਲਿਆਂ ਦੀ ਬਰਕਤ ਕਈਆਂ ਨੂੰ ਮਿਲ ਜਾਂਦੀ ਹੈ। ਤੇ ਪਟਨਾ ਸਾਹਿਬ ਜੀ ਦੀਆਂ ਸੰਗਤਾਂ ਨੇ ਜਿਵੇਂ ਮਹਾਰਾਜ ਦੇ ਪਹਿਲੇ ਦੀਦਾਰ ਕੀਤੇ ਨੇ, ਔਰ 2 ਕੁੱਜੀਆਂ ਤੇ ਹੱਥ ਰੱਖਣ ਦਾ ਜਿਹੜਾ ਪਹਿਲਾ ਕ੍ਰਿਸ਼ਮਾ ਵਰਤਿਆ ਹੈ, ਉਹ ਸਾਰਾ ਪ੍ਰਸੰਗ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਰਸ ਗਲੀ ਚੇ ਗਿਲਮ ਕੋ ਰਚਿਓ ਰੁਚਰ ਇੱਕ ਸਾਰ। ਬਿਲਕੁਲ ਗਰਮ ਕਾਰਪੇਟ ਵਿਛਾਏ ਗਏ ਹਨ। ਇਹ ਸੰਗਤ ਦੀ ਸੇਵਾ ਹੁੰਦੀ ਰਹਿੰਦੀ ਆ, ਹੁਣ ਤੱਕ ਚੱਲਦੀ, ਆਦਿ ਕਾਲ ਤੋਂ ਚੱਲ ਰਹੀ। ਆਪ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇਖਦੇ ਹੋ, ਸਰਦੀਆਂ ਵਿੱਚ ਸਾਰੇ ਕਾਲੀਨ ਵਿੱਚ ਜਾਂਦੇ ਨੇ। ਇਹ ਹੁਣ ਜਿੱਥੇ ਆਪ ਬੈਠੇ ਹੋ ਸਰਦੀਆਂ ਦਾ ਮੌਸਮ ਹੈ, ਤੇ ਆਪ ਜੈਸੇ ਪ੍ਰੇਮੀਆਂ ਵੱਲੋਂ ਭੇਟਾ ਕੀਤੇ ਹੋਏ ਇਹ ਸੋਹਣੇ ਖੂਬਸੂਰਤ ਕਾਲੀਨ ਵਿਛੇ ਹੋਏ ਨੇ, ਆਪ ਆਰਾਮ ਨਾਲ ਬਿਰਾਜੇ ਹੋਏ। ਗਰਮੀ ਹੋਵੇ ਤੇ ਫਿਰ 에ਅਰ ਕੰਡੀਸ਼ਨਰ ਚੱਲ ਪੈਂਦੇ ਨੇ, ਸਰਦੀਆਂ ਹੋਣ ਤੇ ਹੀਟ ਆ ਜਾਂਦੀ ਹੈ। ਭਾਵ ਸੰਗਤ ਨੂੰ ਸੁਖ ਪ੍ਰਦਾਨ ਕਰਨਾ ਹੈ। ਸੰਗਤ ਨੂੰ ਬੈਠਦਿਆਂ, ਚੱਲਦਿਆਂ ਤੇ ਸਰਵਣ ਕਰਦਿਆਂ ਕੋਈ ਦਿੱਕਤ ਨਾ ਹੋਵੇ। ਇਸ ਤਰ੍ਹਾਂ ਸ੍ਰੀ ਮਾਤ ਜੀਆਂ ਨੇ, ਧੰਨ ਧੰਨ ਮਾਤ ਨਾਨਕੀ ਜੀ ਨੇ ਪੂਰਾ ਪ੍ਰਬੰਧ ਕਰਵਾਇਆ। ਹਾਂਜੀ। ਕੰਚਨ ਖਚਤ ਪਰਯੰਕ ਕੇ ਆਸਤਰਨ ਜਿਸ ਚਾਰੋ। ਸੋਨੇ ਜੜਿਆ ਪਲੰਗ ਹੈਗਾ ਜਿਸ ਤੇ ਮਹਾਰਾਜ ਜੀ ਦੇ ਸੋਹਣੇ ਬਿਸਤਰ ਵਿਛਾਏ ਗਏ ਨੇ, ਤੇ ਉੱਪਰ ਸੋਹਣਾ ਆਸਤਰਨ, ਸੋਹਣਾ ਵਿਛਾਉਣਾ ਚਾਦਰ ਜਿਹੜੀ ਹੈ, ਪੋਸ਼ ਵਿਛਾਏ ਗਏ ਹਨ। ਚੌਪਈ ਮਰਦੁਲ ਮਨੋਗ ਧਰੇ ਉਪਧਾਨ। ਤੇ ਬਹੁਤ ਖੂਬਸੂਰਤ ਤੇ ਮੁਲਾਇਮ ਸਿਰਹਾਣੇ ਰੱਖੇ ਗਏ। ਕਿਉਂ ਨਾ ਰੱਖੇ ਜਾਣ, ਆਖਿਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ ਪਹਿਲੀ ਝਲਕ ਦਿਖਾਉਣੀ, ਪਹਿਲਾ ਦੀਦਾਰ ਪ੍ਰਦਾਨ ਕਰਨਾ ਹੈ, ਪਹਿਲਾ ਪੁਰਨੂਰ ਚਿਹਰਾ ਜਗਤ ਨੂੰ ਦਿਖੇਗਾ, ਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ ਬਿਰਾਜਣਾ ਹੈ, ਤੇ ਫਿਰ ਸੋਹਣਾ ਸਿੰਘਾਸਣ ਤੇ ਲਾਉਣਾ ਹੀ ਹੋਇਆ ਸੀ। ਸੋਹਣਾ ਆਸਣ ਤਾਂ ਵਿਛਾਉਣਾ ਹੀ ਸੀ। ਬਹੁਤ ਖੂਬਸੂਰਤ ਤੇ ਮਿਰਦਲ, ਕੋਮਲ, ਮੁਲਾਇਮ ਸਿਰਹਾਣੇ ਰੱਖੇ ਗਏ। ਸੇਜ ਬੰਦ ਸੁਠ ਜਰੀ ਮਹਾਨ। ਔਰ ਇਸ ਤਰ੍ਹਾਂ ਚਾਦਰ ਨੂੰ ਕੋਨਿਆਂ ਤੋਂ ਖਿੱਚ ਕੇ ਜਿਸ ਡੋਰੀ ਨਾਲ ਪਾਵਿਆਂ ਤੇ ਬੰਨ੍ਹਿਆ ਜਾਂਦਾ, ਉਹਨੂੰ ਸੇਜ ਬੰਦ ਕਹਿੰਦੇ। ਸੇਜਾਂ ਨੂੰ ਬੰਨ੍ਹਣ ਵਾਲਾ ਰੇਸ਼ਮੀ ਡੋਰੀ ਹੈ, ਉਹਦੇ ਸਿਰਿਆਂ ਤੇ ਮੋਤੀਆਂ ਦੇ ਗੁੱਛੇ ਲਟਕਦੇ ਪਏ, ਬੜੀ ਸੋਹਣੀ ਗੁੰਥਨ ਕੀਤੀ ਹੋਈ ਹੈ, ਜਿਵੇਂ ਕਿਸੇ ਮਹਾਨ ਸ਼ਹਿਨਸ਼ਾਹ ਦੀ ਸ਼ਹਿਜ਼ਾਦੀ ਦੀ ਚੋਟੀ ਜਿਹੜੀ ਹੈ ਗੁੰਥਨ ਕੀਤੀ ਹੋਈ ਹੋਵੇ। ਅਨੇਕਾਂ ਉਦਾਹਰਣਾਂ ਇੱਥੇ ਦਿੱਤੀਆਂ ਜਾ ਸਕਦੀਆਂ, ਪਰ ਸਾਰੀਆਂ ਹੀ ਥੱਲੇ ਰਹਿ ਜਾਂਦੀਆਂ। ਬਹੁਤ ਸੋਹਣੀਆਂ ਝਾਲਰਾਂ ਲਮਕਦੀਆਂ ਪਈਆਂ ਹਨ। ਸੇਜ ਬੰਦ ਸੁੱਟ ਜ਼ਰੀ ਮਹਾਨ, ਉਹ ਵੀ ਜ਼ਰੀ ਸੋਨੇ ਦੇ ਹਨ। ਸ੍ਰੀ ਗੁਜਰੇ ਟਿਗ ਹੋਏ ਕਿਰਪਾਲ। ਤੇ ਧਨ ਜਨਨੀ ਜਿਨ ਜਾਇਆ, ਸ੍ਰੀ ਮਾਤ ਗੁਜਰੀ ਸਾਹਿਬਾ ਜੀ ਦੇ ਭਰਾਤਾ, ਜਿਨ੍ਹਾਂ ਦਾ ਹਿਰਦਾ ਕਿਰਪਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੁੜਿਆ ਹੋਇਆ। ਕਿਰਪਾ ਦੇ ਘਰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ ਚਰਨਾਂ ਦੇ ਪ੍ਰੇਮ ਨਾਲ ਜੁੜਿਆ ਹੋਇਆ, ਤੇ ਉਹਨਾਂ ਦਾ ਹਿਰਦਾ ਵੀ ਕਿਰਪਾ ਨਾਲ ਭਰਿਆ ਹੋਇਆ। ਉਹਨਾਂ ਦਾ ਨਾਮ ਵੀ ਕਿਰਪਾਲ ਹੈ।
ਤੇ ਕਿਰਪਾਲ ਕਿਰਪਾਲੂ ਦਇਆਲੂ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜ ਕੇ ਉਹਨਾਂ ਦਾ ਹਿਰਦਾ ਵੀ ਕਿਰਪਾਲੂ ਬਣਿਆ ਹੋਇਆ। ਸਿੱਖ ਇੱਕ ਦਿਨ ਗੁਰੂ ਵਰਗਾ ਹੀ ਹੋ ਜਾਂਦਾ, ਜਿਵੇਂ ਬੂੰਦ ਸਾਗਰ 'ਚ ਪਈ ਤੇ ਸਾਗਰ ਹੋ ਜਾਂਦੀ ਹੈ, ਸਿੱਪ 'ਚ ਪਈ ਤੇ ਮੋਤੀ ਹੋ ਜਾਂਦੀ ਹੈ, ਇਸ ਤਰ੍ਹਾਂ ਗੁਰੂ ਦਾ ਸਿੱਖ ਦਾ ਹਿਰਦਾ ਇੱਕ ਦਿਨ ਗੁਰੂ ਵਰਗਾ ਹੀ ਹੋ ਜਾਂਦਾ। ਤੇ ਜੇ ਗੁਰੂ ਵਰਗਾ ਨਹੀਂ ਹੋਇਆ ਫਿਰ ਸਮਝ ਲਓ ਹਾਲੇ ਸਿੱਖੀ ਦਾ ਫਲ ਇਹਨੂੰ ਪ੍ਰਾਪਤ ਨਹੀਂ ਹੋਇਆ, ਹਾਲੇ ਸਿੱਖੀ ਨਾਲ ਇਹਦਾ ਜੁੜਨਾ ਨਹੀਂ ਹੋਇਆ। ਇਸ ਤਰ੍ਹਾਂ ਮਾਮਾ ਕਿਰਪਾਲ ਚੰਦ ਜੀ ਧੰਨ ਧੰਨ ਮਾਤ ਗੁਜਰੀ ਸਾਹਿਬਾ ਜੀ ਦੇ ਕੋਲ ਹੋਏ ਹਨ। ਦੋਹੇ ਹਾਥਨ ਪਰ ਲੈ ਬਰਬਾਲ। ਤੇ ਆਖਿਆ ਭੈਣ ਜੀਓ ਬਾਲਕ ਅੱਜ ਸਾਨੂੰ ਚੁੱਕਣ ਦਾ ਸੁਭਾਗ ਬਖਸ਼ੋ। ਪਹਿਲੀ ਵਾਰੀ ਮਾਤਾ ਗੁਜਰੀ ਸਾਹਿਬਾ ਨੇ ਆਪਣੀ ਗੋਦ ਚੋਂ ਬਾਲਕ ਨੂੰ ਉਠਾਇਆ ਤੇ ਪਹਿਲੀ ਵਾਰੀ ਮਾਮਾ ਕਿਰਪਾਲ ਚੰਦ ਜੀ ਨੇ ਦੋਵੇਂ ਹੱਥ ਅੱਗੇ ਕੀਤੇ ਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੇ ਹੱਥਾਂ ਤੇ ਉਠਾ ਲਿਆ। ਦੋ ਹਾਥਨ ਪਰ ਲੈ ਬਰਬਾਲ। ਜੋ ਵੱਡੇ ਬਲਸ਼ਾਲੀ ਬਾਲਕ ਜਗਤ ਦੇ ਮਾਲਕ ਹਨ ਉਹਨਾਂ ਨੂੰ ਦੋਹਾਂ ਹੱਥਾਂ ਤੇ ਉਠਾ ਲਿਆ ਤੇ ਦੇਖਿਆ ਤੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਨੰਤ ਬ੍ਰਹਿਮੰਡਾਂ ਦੀਆਂ ਬਰਕਤਾਂ ਮਾਮਾ ਕਿਰਪਾਲ ਚੰਦ ਜੀ ਦੀ ਝੋਲੀ 'ਚ ਪੈ ਗਈਆਂ ਹੋਣ। ਇੱਕ ਜੈਕਾਰਾ ਸਾਰੇ ਮਿਲ ਕੇ ਬੁਲਾਓ ਇਸ ਪਹਿਲੀ ਖੁਸ਼ੀ ਦਾ। ਇਹ ਪਹਿਲੀ ਵਾਰੀ ਧੰਨ ਧੰਨ ਮਾਤ ਗੁਜਰੀ ਸਾਹਿਬਾ ਨੇ ਆਪਣੇ ਸਗੇ ਭਰਾਤਾ ਮਾਮਾ ਕਿਰਪਾਲ ਚੰਦ ਜੀ ਦੇ ਹੱਥਾਂ ਵਿੱਚ, ਉਹਨਾਂ ਦੀ ਗੋਦ ਵਿੱਚ, ਉਹਨਾਂ ਦੀ ਝੋਲੀ ਵਿੱਚ ਆਪਣਾ ਬਾਲਕ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਾਇਆ। ਹਾਂਜੀ, ਮੰਦ ਮੰਦ ਕਰ ਅਦਬ ਘਨੇਰਾ। ਤੇ ਹੌਲੀ ਹੌਲੀ ਬੜੇ ਅਦਬ ਸਹਿਤ ਹਾਂਜੀ ਸ੍ਰੀ ਗੁਰ ਕੋ ਲਿਆਵਤ ਤਿਸ ਬੇਰਾ। ਸ੍ਰੀ ਗੁਰੂ ਕੋ ਲਿਆਵਤ ਤਿਸ ਬੇਰਾ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਕੇ ਆ ਰਹੇ ਨੇ ਮਾਮਾ ਕਿਰਪਾਲ ਚੰਦ। ਬੜਾ ਪ੍ਰੇਮ ਨਾਲ ਹਿਰਦਾ ਭਰਿਆ, ਰੋਮ ਰੋਮ ਆਨੰਦ ਨਾਲ ਭਰਿਆ ਤੇ ਅੱਖਾਂ ਵੀ ਸੇਜਲ ਹਨ। ਤੇ ਜੋ ਮਹਾਨ ਖੁਸ਼ੀ, ਮਹਾਨ ਆਨੰਦ, ਮਹਾਨ ਖੇੜਾ ਮਾਮਾ ਕਿਰਪਾਲ ਚੰਦ ਜੀ ਨੂੰ ਅੱਜ ਪ੍ਰਾਪਤ ਹੋਇਆ, ਇਹ ਸ਼ਾਇਦ ਦੁਨੀਆ ਦੇ ਕਿਸੇ ਵੱਡੇ ਤੋਂ ਵੱਡੇ ਸ਼ਹਿਨਸ਼ਾਹ ਨੂੰ ਵੀ ਕਦੀ ਪ੍ਰਾਪਤ ਨਾ ਹੋਇਆ। ਇਸ ਤੋਂ ਵੱਡਾ ਖੇੜਾ ਹੋਰ ਕੀ ਹੋ ਸਕਦਾ ਕਿ ਅਨੰਤ ਬ੍ਰਹਿਮੰਡਾਂ ਦੇ ਮਾਲਕ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਭਣੇਵੇਂ ਦੇ ਰੂਪ ਜਾ ਬਿਰਾਜੇ ਹੋਣ। ਇਸ ਆਨੰਦ ਨੂੰ ਮਾਣਿਆ ਤਾਂ ਜਾ ਸਕਦਾ ਪਰ ਬਿਆਨਿਆ ਨਹੀਂ ਜਾ ਸਕਦਾ। ਅੰਦਰ ਚਖਿਆ ਜਾ ਸਕਦਾ ਪਰ ਸਾਧ ਸੰਗਤ ਬੋਲ ਕੇ ਦੱਸਿਆ ਤੇ ਨਹੀਂ ਜਾ ਸਕਦਾ। ਹਰ ਗੁਣ ਕਹਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਤੇ ਮਨ ਇਤਨਾ ਆਨੰਦਿਤ ਹੈ, ਮਨ ਕਹਿੰਦਾ ਹੈ ਕਿ ਪ੍ਰਾਣਾਂ ਦੇ ਆਖੀਰ ਤੱਕ ਮੇਰੀ ਗੋਦ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਰਹਿਣ। ਮਾਮਾ ਕਿਰਪਾਲ ਚੰਦ ਜੀ ਦਾ ਮਨ ਇਹ ਕਹਿੰਦਾ, ਪ੍ਰਾਣਾਂ ਦੇ ਆਖੀਰ ਤੱਕ ਇਹ ਸੁਭਾਗ ਬਣਿਆ ਰਵੇ। ਤੇ ਹੌਲੀ ਹੌਲੀ ਲਿਆ ਰਹੇ ਹਨ। ਸੂਰਜ ਮੁਖੀ ਹਾਥ ਕਹਿ ਆਗੇ। ਸੂਰਜ ਵਰਗਾ ਪੱਖਾ ਹੈ ਜਿਸ ਵਿੱਚ ਬਹੁਤ ਸਾਰੇ ਸੁਨਹਿਰੀ ਧਾਤੂ, ਸੋਨੇ ਆਦਿਕ ਦੇ ਤਾਗੇ ਲੱਗੇ ਹੋਏ ਨੇ, ਚਮਕ ਰਿਹਾ ਹੈ। ਸੂਰਜਮੁਖੀ ਉਹਨੂੰ ਕਹਿੰਦੇ ਨੇ। ਸੂਰਜ ਦੀ ਤਰ੍ਹਾਂ ਚਮਕਣ ਵਾਲਾ, ਸੋਹਣਾ ਸਜਿਆ ਹੋਇਆ, ਉਹ ਅੱਗੇ ਕੀਤਾ ਹੋਇਆ। ਪਤਾ ਕਿਉਂ? ਤਾਂ ਕਿ ਸੂਰਜ ਦੀਆਂ ਸਿੱਧੀਆਂ ਕਿਰਨਾਂ ਮਹਾਰਾਜ ਜੀ ਦੇ ਸਰੀਰ ਤੇ ਨਾ ਪਵਣ। ਅੱਗੇ ਸ਼ੈਡੋ ਬਣਾਈ ਹੋਈ। ਬਾਲ ਅਵਸਥਾ ਹੈ,
ਇੱਕ ਤਾਂ ਰਖਵਾਲੀ ਸਾਰੀ ਚਾਕ ਚੌਬੰਦ ਕੀਤੀ ਹੋਈ, ਸੇਵਕ ਖੜੇ ਨੇ, ਪਹਿਰੇਦਾਰ ਖੜੇ ਨੇ, ਵੀ ਕਿਸੇ ਤਰ੍ਹਾਂ ਦੀ ਕੋਈ ਅਨਹੋਣੀ ਘਟਨਾ ਨਾ ਹੋ ਜਾਏ, ਖੜੇ ਰਹਿਣਾ ਚਾਹੀਦਾ। ਜੇ ਤੁਸੀਂ ਸੰਗਤ ਰੂਪ ਵਿੱਚ ਵੀ ਬਿਰਾਜਮਾਨ ਹੁੰਦੇ ਹੋ ਨਾ, ਤੇ ਚਾਕ ਚੌਬੰਦ ਰਹੋ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਕਰ ਜਾਏ, ਧਿਆਨ ਰੱਖਿਆ ਕਰੋ। ਇਹ ਹੁਣੇ ਸ੍ਰੀ ਦਰਬਾਰ ਸਾਹਿਬ ਇਹ ਘਟਨਾ ਮੰਦਭਾਗੀ ਵਾਪਰੀ ਹੈ, ਪਰ ਚਾਕ ਚੌਬੰਦ ਸੇਵਕ ਖੜੇ ਸਨ। ਭਾਵੇਂ ਉਸ ਮੂਰਖ ਮਨੁੱਖ ਨੇ ਮਹਾਰਾਜ ਜੀ ਦੇ ਅੱਗੇ ਰੱਖੀ ਹੋਈ ਸ੍ਰੀ ਸਾਹਿਬ ਚੁੱਕ ਲਈ ਸੀ ਤੇ ਉਹਦੇ ਦਸਤੇ ਤੇ ਹੱਥ ਪਾ ਲਿਆ ਸੀ, ਸ਼ਾਇਦ ਕਿਸੇ ਦੀ ਜਾਨ ਲੈ ਲੈਂਦਾ, ਪਰ ਉਹਨਾਂ ਸਾਵਧਾਨ ਸੇਵਕਾਂ ਨੇ ਇਸ ਗੱਲ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜੋ ਸਿੱਖ ਜਗਤ ਦੀ ਨੁਮਾਇੰਦਾ ਜਥੇਬੰਦੀ ਹੈ, ਵਧਾਈ ਵੀ ਦੇਣਾ ਚਾਹੁੰਦਾ ਬਈ ਤੁਸੀਂ ਐਸੇ ਸੇਵਾਦਾਰ ਨਿਯੁਕਤ ਕੀਤੇ ਜਿਨ੍ਹਾਂ ਨੇ ਵਿਦਨ 12 ਸੈਕਿੰਡ 12 ਸੈਕਿੰਡ ਵਿੱਚ ਉਹ ਸਾਰਾ ਕੁਝ ਕੈਪਚਰ ਕਰ ਲਿਆ ਤੇ ਅੱਗੇ ਕੋਈ ਗਲਤ ਕੰਮ ਨਹੀਂ ਹੋਣ ਦਿੱਤਾ। ਨਹੀਂ ਤਾਂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਛਾਲ ਮਾਰ ਦਿੰਦਾ ਤੇ ਬਹੁਤ ਵੱਡੀ ਪੰਜਾਬ ਦੇ ਅਮਨ ਸੁਖ ਸ਼ਾਂਤੀ ਨੂੰ ਅੱਗ ਲੱਗ ਸਕਦੀ ਸੀ। ਇਸ ਲਈ ਸੇਵਾਦਾਰ ਭਰਤੀ ਕਰਨ ਲੱਗਿਆ ਇਹ ਨਹੀਂ ਦੇਖਣਾ ਚਾਹੀਦਾ ਵੀ ਫਲਾਣੇ ਦਾ ਬੰਦਾ ਹੈ ਤੇ ਭਰਤੀ ਕਰ ਲਓ, ਫਲਾਣੇ ਦਾ ਬੰਦਾ ਤੇ ਇਹਨੂੰ ਕੱਢ ਦਿਓ। ਨਹੀਂ, ਉਸ ਯੋਗ ਹੋਵੇ ਤੇ ਫਿਰ ਮੈਂ ਅਰਜ਼ ਕਰਾਂ ਬਹੁਤ ਸਾਰੀ ਹਰ ਪ੍ਰਕਾਰ ਦੀ ਗਲਤ ਹਰਕਤਾਂ ਨੂੰ ਠੱਲ ਪਾਈ ਜਾ ਸਕਦੀ। ਬਹੁਤ ਵੱਡੀ ਪੱਗ ਰਹਿ ਗਈ ਉਹਨਾਂ ਸੇਵਾਦਾਰਾਂ ਕਰਕੇ, ਤੇ ਉਹ ਸੰਸਥਾ ਸਾਡੇ ਪੰਥ ਦੀ ਨੁਮਾਇੰਦਾ ਜਥੇਬੰਦੀ ਵਧਾਈ ਦੀ ਪਾਤਰ। ਤੇ ਜਿੱਥੇ ਇਹ ਜਿਹੀਆਂ ਗੱਲਾਂ ਕਿਧਰੇ ਹੋ ਜਾਂਦੀਆਂ ਨੇ ਉਹ ਕਮੇਟੀਆਂ ਕਸੂਰਵਾਰ ਠਹਿਰਾਈਆਂ ਜਾਂਦੀਆਂ, ਉਹ ਸਾਡੇ ਪ੍ਰਬੰਧਕ ਕਸੂਰਵਾਰ ਨੇ। ਸੇਵਾਦਾਰ ਚੰਗੇ ਭਰਤੀ ਨਹੀਂ ਹੋਏ, ਸਿਫਾਰਸ਼ੀ ਲੋਕ ਆ ਗਏ, ਆ ਮੇਰਾ ਬੰਦਾ ਜੀ ਲਾ ਦਿਓ, ਆ ਮੇਰਾ ਬੰਦਾ ਜੀ ਲਾ ਦਿਓ, ਤੇ ਇਸ ਤਰ੍ਹਾਂ ਪ੍ਰਬੰਧਕੀ ਨਿਜ਼ਾਮ ਵਿੱਚ ਖੋਰਾ ਲੱਗ ਜਾਂਦਾ। ਇਸ ਲਈ ਮੈਂ ਅਰਜ਼ ਕਰਨਾ, ਜਿੱਥੇ ਆਪ ਗੁਰਦੁਆਰਾ ਸਾਹਿਬ ਬੈਠਦੇ ਹੋ, ਬਾਣੀ ਸੁਣਦੇ ਹੋ, ਜਪ ਕਰਦੇ ਹੋ, ਸੇਵਾ ਕਰਦੇ ਹੋ, ਨਾਲ ਸਾਵਧਾਨ ਵੀ ਰਹਿਣਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਬੜੀ ਸਾਵਧਾਨੀ ਬਣਾਈ ਗਈ। ਸੇਵਕ ਮੌਜੂਦ ਨੇ ਤੇ ਇਸ ਆਨੰਦ ਭਰੇ ਸਮੇਂ ਦਾ ਆਨੰਦ ਮਾਮਾ ਕਿਰਪਾਲ ਚੰਦ ਜੀ ਮਾਣ ਰਹੇ ਨੇ, ਤੇ ਸੂਰਜਮੁਖੀ ਬੀਜਣਾ ਅੱਗੇ ਕੀਤਾ ਹੋਇਆ ਹੈ ਕਿ ਇਹ ਸੂਰਜ ਦਿਸ ਧੂਪ ਨ ਲਾਗੇ। ਸੂਰਜ ਵਾਲੇ ਪਾਸੇ ਨੂੰ ਕੀਤਾ ਹੋਇਆ ਬਈ ਧੁੱਪ ਨਾ ਪਵੇ ਚਿਹਰੇ ਤੇ। ਅਜੇ ਪਹਿਲੀ ਵਾਰੀ ਆਪਣੇ ਮਹਿਲ ਚੋਂ ਬਾਹਰ ਆਏ ਹਨ ਤੇ ਨਜ਼ਰ ਤੇ ਨੇਤਰਾਂ ਤੇ ਕੋਈ ਸੂਰਜ ਦੀਆਂ ਕਿਰਨਾਂ ਡਾਇਰੈਕਟਲੀ ਨਾ ਪੈਣ, ਉਹਨਾਂ ਨੂੰ ਡਾਇਵਰਟ ਕਰਨ ਵਾਸਤੇ ਉਹ ਬੀਜਣਾ ਪੰਖਾ ਅੱਗੇ ਕੀਤਾ ਹੋਇਆ ਹੈ। ਚਾਰੂ ਚਮਰ ਲੈ ਕਰ ਪਾਪਾਛੇ, ਤੇ ਬਹੁਤ ਖੂਬਸੂਰਤ ਚੌਰ ਲੈ ਕੇ ਚੱਲ ਰਹੇ ਹਨ ਪਿੱਛੇ ਸੇਵਕ। ਰਤ ਟੁਰਾਵਨ ਇਤਿ ਉਤੇ ਆਛੇ, ਤੇ ਬਹੁਤ ਸੋਹਣੇ ਤਰੀਕੇ ਨਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋਵੇਂ ਪਾਸੇ ਚੌਰ ਝੁਲਾਇਆ ਜਾ ਰਿਹਾ ਹੈ। ਗਾਵਨ ਲਗੇ ਸ਼ਬਦ ਸੁਖਕਾਰੀ, ਤੇ ਫਿਰ ਇਸ ਤਰ੍ਹਾਂ ਦੇ ਨਾਲ ਮਹਾਨ ਆਤਮਕ ਸੁਖ ਦਾ ਕਾਰਨ, ਆਤਮ ਆਨੰਦ ਦਾ ਪ੍ਰਦਾਨ ਕਰਨ ਵਾਲੇ ਬਾਣੀ ਦੇ ਸ਼ਬਦਾਂ ਦਾ ਗਾਇਨ ਸ਼ੁਰੂ ਹੋ ਗਿਆ। ਰਾਗ ਰਾਗਨੀ ਰੁਚਰ ਮਝਾਰੀ, ਤੇ ਰਬਾਬੀ ਕੀਰਤਨ ਕਰਨ ਵਾਲਿਆਂ ਨੇ ਰਾਗ ਰਾਗਣੀਆਂ ਬਹੁਤ ਰੁਚੀ ਕਰ, ਉਹਨਾਂ ਰਾਗ ਰਾਗਣੀਆਂ ਵਿੱਚ ਜੋ ਰਾਗ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ 'ਚ ਮੌਜੂਦ ਨੇ, ਬਾਣੀ ਦੇ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ। ਅੱਜ ਤਾਂ ਸਾਧ ਸੰਗਤ ਲੋਕਾਂ ਦੀ ਸਰੋਤ ਇੰਨੀ ਨੀਵੀਂ ਹੋ ਗਈ ਹੈ ਕਿ ਕੋਈ ਕੀਰਤਨੀਆ ਮਿਹਨਤ ਕਰਕੇ, ਮੁਸ਼ੱਕਤ ਕਰਕੇ
ਰਾਗ ਵਿੱਚ ਸ਼ਬਦ ਗਾਵੇ ਤੇ ਉਹ ਕਹਿੰਦੇ ਜੀ ਇਹ ਕੀ ਕਰਨ ਲੱਗ ਪਿਆ, ਤੇ ਪੱਕੇ ਰਾਗ ਗਾਉਣ ਲੱਗ ਪਿਆ। ਹੁਣ ਦੱਸੋ ਵੀ ਇਹ ਕੋਈ ਤਵੇ ਤੇ ਪਕਾ ਕੇ ਲਿਆਂਦੇ ਨੇ? ਕੱਚੇ ਕਿਹੜੇ ਹੁੰਦੇ ਨੇ? ਪਹਿਲਾਂ ਤਾਂ ਇਹ ਦੱਸੋ ਵੀ ਰਾਗ ਕੱਚੇ ਹੁੰਦੇ ਕਿਹੜੇ ਨੇ? ਕੋਈ ਰਾਗ ਦਰਖਤਾਂ ਨਾਲ ਲੱਗਦੇ ਨੇ ਵੀ ਕੱਚੇ ਤੋੜ ਲਿਆਂਦੇ, ਜਾਂ ਪੱਕੇ ਨਹੀਂ ਹੈਗੇ? ਰਾਗ ਗੁਰੂ ਗ੍ਰੰਥ ਸਾਹਿਬ ਜੀ 'ਚ ਬਿਰਾਜਮਾਨ। ਸਗੋਂ ਐਸੇ ਕੀਰਤਨੀਆਂ ਨੂੰ ਜਿਹੜੇ ਮਿਹਨਤ ਕਰਕੇ ਰਾਗ ਵਿੱਚ ਸ਼ਬਦ ਗਾਵਣ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਤੇ ਉਹਨਾਂ ਨੂੰ ਮਹਾਰਾਜ ਕੋਲ ਅਰਦਾਸ ਕਰਨੀ ਚਾਹੀਦੀ ਹੈ ਬਈ ਸਾਨੂੰ ਵੀ ਰਾਗ ਦੀ ਸਮਝ ਆਵੇ। ਜੋ ਰਾਗ ਗੁਰੂ ਨਾਨਕ ਨੇ ਗਾਏ ਨੇ, ਗੁਰੂ ਅਰਜਨ ਦੇਵ ਜੀ ਨੇ ਗਾਏ ਨੇ, ਜੈ ਜੈਵੰਤੀ ਰਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਗਾਉਂਦੇ ਨੇ, ਉਹ ਸਾਨੂੰ ਸਮਝ ਵਿੱਚ ਆਵੇ। ਅਰਦਾਸ ਕਰਨੀ ਚਾਹੀਦੀ ਹੈ, ਪ੍ਰਯਾਸ ਕਰਨਾ ਚਾਹੀਦਾ, ਤੇ ਉਸ ਰਾਗ ਵਿੱਚ ਰਾਗ ਰਾਗਣੀਆਂ ਸੋਹਣੇ ਤਰੀਕੇ ਨਾਲ ਰਬਾਬੀ ਸ਼ਬਦ ਗਾ ਰਹੇ ਹਨ। ਰਾਗ ਰਾਗਨੀ ਰੁਚਰ ਮਝਾਰੀ, ਬਹੁਤ ਸੋਹਣੇ ਰੁਚੀਕਰ ਰਾਗ ਜੋ ਸਮੇਂ ਦੇ ਨੇ ਉਹ ਗਾਏ ਜਾ ਰਹੇ ਹਨ। ਵਜਹਿ ਰਬਾਬ ਮ੍ਰਿਦੰਗ ਉਦਾਰਾ, ਤੇ ਬਹੁਤ ਸੋਹਣੀ ਮਿੱਠੀ ਮਿੱਠੀ ਰਬਾਬ ਵੱਜ ਰਹੀ। ਜਿਹੜਾ ਰਬਾਬ ਸਾਜ਼ ਹੈ ਨਾ, ਗੁਰੂ ਨਾਨਕ ਨੇ ਇਹ ਚੁਣਿਆ। ਸੂਫੀ ਫਕੀਰਾਂ ਦਾ ਇਹ ਸਾਜ਼ ਹੈ, ਤੇ ਗੁਰੂ ਨਾਨਕ ਨੇ ਇਸ ਨੂੰ ਅਪਣਾਇਆ। ਇਹ ਵਾਹਿਦ ਐਸਾ ਸਾਜ਼ ਹੈ ਜਿਸ ਦੇ ਨਾਲ ਤਾਲ ਵਾਸਤੇ ਦੂਜਾ ਸਾਜ਼ ਨਹੀਂ ਲੈਣਾ ਪੈਂਦਾ। ਜਿਵੇਂ ਵਾਜੇ ਨਾਲ ਤਬਲਾ ਲੈਣਾ ਪੈਂਦਾ ਹੈ ਨਾ, ਸਾਰੰਗੀ ਨਾਲ ਕੋਈ ਨਾ ਕੋਈ ਤਾਲ ਦੇਣ ਵਾਲਾ ਢੱਡ ਆਦਿਕ ਲੈਣਾ ਪੈਂਦਾ ਹੈ। ਰਬਾਬ ਐਸਾ ਸਾਜ਼ ਹੈ ਕਿ ਸੁਰ ਤੇ ਤਾਲ ਇੱਕੋ ਵਿੱਚੋਂ ਹੀ ਨਿਕਲਦਾ, ਦੂਜਾ ਸਾਜ਼ ਨਹੀਂ ਲੈਣਾ ਪੈਂਦਾ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇਸ ਸਾਜ਼ ਨੂੰ ਸਨਮਾਨ ਦਿੱਤਾ ਹੈ, ਇਸ ਸਾਜ਼ ਨੂੰ ਨਾਲ ਰੱਖਿਆ। ਆਖਿਆ ਬਹੁਤੇ ਸਾਜ਼ ਚੁੱਕਣ ਦੀ ਲੋੜ ਨਹੀਂ, ਇੱਕੋ ਹੀ। ਤੇ ਸੂਫੀ ਫਕੀਰਾਂ ਨੇ ਇਹਦਾ ਨਾਮ ਰੱਖਿਆ ਸੀ ਰੱਬੇ ਆਬ। ਆਪ ਮੈਨੇ ਜਲ, ਰੱਬ ਦਾ ਸੰਗੀਤ ਦਾ ਚਸ਼ਮਾ, ਉਹਦੇ ਸੰਗੀਤ ਦਾ ਸੋਮਾ। ਰੱਬੇ ਆਬ ਤੇ ਹੌਲੀ ਹੌਲੀ ਨਾਮ ਹੋ ਗਿਆ ਰਬਾਬ। ਉਹ ਰਬਾਬੀ, ਰਬਾਬ ਨਾਲ ਕੀਰਤਨ ਕਰਨ ਵਾਲੇ। ਰਬਾਬੀ ਦਾ ਮਤਲਬ ਕੋਈ ਜਾਤ ਬਿਰਾਦਰੀ ਨਹੀਂ। ਜਿਹੜੇ ਰਬਾਬ ਵਜਾ ਕੇ ਗੁਰੂ ਕੀ ਬਾਣੀ ਦਾ ਕੀਰਤਨ ਕਰਦੇ, ਉਹਨਾਂ ਨੂੰ ਰਬਾਬੀ ਕਹਿੰਦੇ ਸਨ। ਤੇ ਉਹ ਕੀਰਤਨੀਏ ਬਹੁਤ ਸੋਹਣਾ ਮਿਰਦੰਗ ਵਜਾ ਕੇ, ਬਹੁਤ ਸੋਹਣਾ ਰਬਾਬ ਵਜਾ ਕੇ, ਤੇ ਬਹੁਤ ਸੁੰਦਰ ਤਰੀਕੇ ਨਾਲ ਕੀਰਤਨ ਕਰਨ ਲੱਗ ਪਏ। ਜਿਨ ਕੋ ਸਰਬਨ ਦੇਤ ਸੁਖ ਪਾਰਾ, ਐਸੇ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਜਿਨ੍ਹਾਂ ਨੂੰ ਸੁਣ ਕੇ ਵੱਡਾ ਸੁਖ ਆਨੰਦ ਪ੍ਰਾਪਤ ਹੁੰਦਾ ਹੈ। ਪੁਰ ਪਟਣੇ ਕੀ ਸੰਗਤ ਆਈ, ਤੇ ਅੱਜ ਪਹਿਲੀ ਵਾਰੀ ਪਟਨਾ ਸਾਹਿਬ ਦੀਆਂ ਸੰਗਤਾਂ ਨੂੰ ਵੀ ਮਹਾਰਾਜ ਜੀ ਦਾ ਦੀਦਾਰ ਹੋਵੇਗਾ। ਸਾਰੇ ਨਗਰ ਪਟਨਾ ਸਾਹਿਬ ਦੀਆਂ ਸੰਗਤਾਂ ਵੀ ਦਰਸ਼ਨ ਦਾ ਪਤਾ ਚੱਲਿਆ, ਬੋਧ ਹੋਇਆ ਬਈ ਮਹਾਰਾਜ ਦਰਸ਼ਨ ਦੇ ਰਹੇ ਨੇ। ਤੇ ਪਹਿਲੀ ਝਲਕ ਦੇਖਣ ਵਾਸਤੇ ਪਟਨਾ ਤੇ ਗਿਰਦੋ ਨਿਵਾਸ ਦੀਆਂ ਸੰਗਤਾਂ ਉਮੜ ਉਮੜ ਕੇ ਆ ਗਈਆਂ। ਜਿਨ ਕੋ ਸਰਬਨ ਦੇਤ ਸੁਖ ਪਾਰਾ, ਇੱਕ ਜੈਕਾਰਾ ਹੋਰ ਵੀ ਬੁਲਾ ਦਿਓ, ਕਿਤੇ ਵਿੱਚ ਹੀ ਨਾ ਰਹਿ ਜਾਏ। ਇਸ ਤਰ੍ਹਾਂ ਜਿਵੇਂ ਤੁਸੀਂ ਪਹੁੰਚੇ ਹੋ ਨਾ, ਉਮੜ ਕੇ ਸਾਰੇ ਦੇਸ਼ ਤੋਂ ਆਏ ਹੋ। ਇਹ ਸਾਡੇ ਨਗਰ ਦੇ ਸਾਡੇ ਵੀਰ ਬੈਠੇ ਹੋਏ ਨੇ, ਦੂਰ ਦਰਾਜ਼ ਤੋਂ ਸੰਗਤਾਂ, ਇੰਗਲੈਂਡ ਤੋਂ ਫੋਨ ਆ ਰਹੇ ਨੇ, ਅਮਰੀਕਾ ਤੋਂ ਆ ਰਹੇ ਨੇ, ਬਈ ਸਾਡਾ ਇੰਨੇ ਅਸੀਂ ਸੱਜਣ ਆ ਰਹੇ। ਤੇ ਸਾਧ ਸੰਗਤ ਅਸੀਂ ਸਾਰੇ, ਸਾਰਾ ਪ੍ਰਬੰਧ, ਸਾਰੇ ਗ੍ਰੰਥੀ ਸਾਹਿਬਾਨ, ਪੰਜ ਪਿਆਰੇ ਸਾਹਿਬਾਨ ਤੇ ਪਟਨਾ ਸਾਹਿਬ ਦੀਆਂ ਸੰਗਤਾਂ ਤੁਹਾਡੇ ਸਵਾਗਤ ਵਿੱਚ ਪਲਕਾਂ ਵਿਛਾ ਕੇ ਬੈਠੀਆਂ ਹੋਈਆਂ ਨੇ। ਇਹ ਨਹੀਂ ਸਮਝਿਆ ਜਾ ਰਿਹਾ ਬਈ ਕੋਈ ਸਿੱਖ ਆ ਰਿਹਾ, ਕੋਈ ਸੰਗਤਾਂ ਆ ਰਹੀਆਂ ਨੇ। ਸਭ ਦੇ ਮਨ ਵਿੱਚ ਹੈ ਬਈ ਇਹ ਸਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਹੀ ਆ ਰਿਹਾ।
ਕੋਈ ਮਾਮਾ ਕਿਰਪਾਲ ਚੰਦ ਜੀ ਵਾਂਗੂ ਆ ਰਿਹਾ, ਕੋਈ ਭੀਖਣ ਸ਼ਾਹ ਵਾਂਗੂ ਆ ਰਿਹਾ, ਕੋਈ ਪੰਡਿਤ ਸ਼ਿਵਦੱਤ ਜੀ ਵਾਂਗੂ ਆ ਰਿਹਾ। ਤੇ ਸਾਰਿਆਂ ਦਰਿਆਵਾਂ ਦਾ ਜਿਵੇਂ ਫਾਈਨਲ ਡੈਸਟੀਨੇਸ਼ਨ ਸਮੁੰਦਰ ਹੈ ਨਾ, ਇਸ ਤਰ੍ਹਾਂ ਸਾਰੇ ਤੜਪ ਵਾਲੇ ਹਿਰਦਿਆਂ ਦਾ ਪੋਸ ਦੀ 7ਵੀਂ ਤੇ ਫਾਈਨਲ ਡੈਸਟੀਨੇਸ਼ਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਹੈ। ਸਭ ਦੀ ਮੰਜ਼ਿਲ ਇਹੀ, ਸਭ ਇੱਥੇ ਆ ਰਹੇ ਹਨ। ਇਸ ਤਰ੍ਹਾਂ ਪਟਨਾ ਸਾਹਿਬ ਦੀਆਂ ਸੰਗਤਾਂ ਹੁਮਾ ਕੇ ਆ ਰਹੀਆਂ ਹਨ। ਅਨੇਕ ਉਪਕਾਰ ਉਪਾਏ ਨਿਲਿਆਏ, ਤੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਵੀ ਮਹਾਰਾਜ ਜੀ ਵਾਸਤੇ ਲੈ ਕੇ ਆ ਰਹੀਆਂ ਹਨ। ਘਰ ਘਰ ਹਿਰਦੈ ਕਾਮਨਾ ਆਏ, ਤੇ ਮਨ ਵਿੱਚ ਜੋ ਜੋ ਭਾਵਨਾਵਾਂ ਨੇ, ਮਹਾਰਾਜ ਸੱਚੇ ਪਾਤਸ਼ਾਹ ਮੇਰਾ ਇਹ ਕੰਮ ਕਰ ਦੇਣਾ, ਮੇਰਾ ਕੰਮ ਰੁਕਿਆ ਹੋਇਆ, ਮੇਰਾ ਕੰਮ ਬਣ ਨਹੀਂ ਰਿਹਾ। ਤੇ ਜੋ ਜੋ ਭਾਵਨਾ ਲੈ ਕੇ ਆਉਂਦੇ ਨੇ ਸਤਿਗੁਰੂ ਪੂਰੀਆਂ ਕਰੀ ਜਾਂਦੇ ਨੇ, ਭੇਟਾਵਾਂ ਲੈ ਕੇ ਆਉਂਦੇ ਨੇ। ਅੱਜ ਸਵੇਰੇ ਆਸਟ੍ਰੇਲੀਆ ਤੋਂ ਇੱਕ ਬੀਬੀ ਜੀ ਆਏ, ਆਖਣ ਲੱਗੇ 2 ਕਮਰਿਆਂ ਦੀ ਸੇਵਾ ਕਰਨੀ। ਤੇ ਆਖਣ ਲੱਗੇ ਮਹਾਰਾਜ ਕਰਨ, ਸਾਡੇ ਕੋਲੋਂ ਕਰਵਾਉਂਦੇ ਹੀ ਰਹਿਣ। ਤੇ ਮੈਂ ਕਿਹਾ ਧੰਨ ਨੇ ਉਹ ਸੰਗਤਾਂ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੀਤ ਪ੍ਰਧਾਨ ਬੈਠੇ ਨੇ, ਭਾਈ ਲਖਵਿੰਦਰ ਸਿੰਘ ਜੀ, ਚੇਅਰਮੈਨ ਵੀ ਨੇ ਧਰਮ ਪ੍ਰਚਾਰ ਕਮੇਟੀ ਦੇ। ਮੈਂ ਇਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਦੇਖੋ ਨਿਰਸਵਾਰਥ ਸੇਵਾ ਹੈ, ਕਿਤਨਾ ਮਹਾਰਾਜ ਨੇ ਮਿਹਰ ਨਾਲ ਨਿਵਾਜਿਆ, ਕਿਤਨਾ ਪ੍ਰੇਮ ਅੰਦਰ ਭਰਿਆ। ਤੇ ਮਨ ਵਿੱਚ ਇਹ ਭਾਵ ਬਣਿਆ ਹੋਇਆ ਕਿ ਗੁਰੂ ਦੇ ਘਰ ਵੱਧ ਤੋਂ ਵੱਧ ਸੇਵਾ ਕਰਨੀ। ਸਾਧ ਸੰਗਤ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਹੈ, ਧਨ ਤਾਂ ਬਥੇਰਿਆਂ ਕੋਲ ਹੈ, ਗਿਣਿਆ ਨਹੀਂ ਜਾਂਦਾ। ਇਨਕਮ ਟੈਕਸ ਵਾਲਿਆਂ ਦੇ ਛਾਪੇ ਪੈਂਦੇ ਨੇ ਤੇ ਟਰੱਕਾਂ ਦੇ ਟਰੱਕ ਨੋਟ ਜਿਹੜੇ ਨੇ ਉਹ ਨਿਕਲਦੇ ਨੇ, ਤੇ ਪਤਾ ਲੱਗਦਾ ਬਈ ਬੰਦਾ ਧਨੀ ਹੈਗਾ ਹੈ। ਤੇ ਸਾਰਾ ਕੁਝ ਜ਼ਬਤ, ਤੇ ਫਿਰ ਬਾਅਦ ਕਾਨੂੰਨ ਦੀ ਚਪਤ ਵੀ ਵੱਜਦੀ ਹੈ ਨਾਲ। ਸਮਝ ਨਹੀਂ ਆਈ ਬਈ ਧਨ ਦਿੱਤਾ ਹੋਇਆ ਕਿਹਦਾ। ਇਹ ਸਮਝ ਆ ਜਾਏ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਦਿੱਤਾ ਹੋਇਆ ਪਦਾਰਥ ਤੇਰਾ ਹੈ ਤੇ ਤੇਰੇ ਘਰ ਅਰਪਣ ਕਰਨਾ ਹੈ। ਤਾਂ ਸਮਝੋ ਬੜੀ ਵੱਡੀ ਸਮਝ ਪ੍ਰਭੂ ਨੇ ਉਹਨਾਂ ਦੀ ਝੋਲੀ 'ਚ ਪਾਈ। ਇਸ ਤਰ੍ਹਾਂ ਬਹੁਤ ਸਾਰੇ ਪ੍ਰੇਮੀ ਜਿਹੜੇ ਮਹਾਰਾਜ ਜੀ ਦੇ ਘਰ ਸੇਵਾ ਕਰਦੇ ਨੇ, ਤੇ ਜੋ ਕਾਮਨਾ ਭਾਵਨਾ ਹੁੰਦੀ ਹੈ ਉਹ ਵੀ ਮਹਾਰਾਜ ਪੂਰੀ ਕਰਦੇ ਹਨ। ਦਰਸ਼ਨ ਕਰਤ ਪਾਏ ਮਨ ਪਾਏ, ਔਰ ਇਸ ਤਰ੍ਹਾਂ ਦੇ ਨਾਲ ਦਰਸ਼ਨ ਕਰਤ ਪਾਏ ਮਨ ਪਾਏ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਉਹ ਮਨ ਭਾਏ ਹੋਏ, ਜੋ ਮਨ ਦੀਆਂ ਭਾਵਨਾਵਾਂ ਨੇ, ਇਹ ਪੁੱਤਰ ਪ੍ਰਾਪਤ ਹੋਵੇ, ਇਹ ਧਨ ਪ੍ਰਾਪਤ ਹੋਵੇ, ਇਹ ਦੇਹ ਅਰੋਗਤਾ ਪ੍ਰਾਪਤ ਹੋਵੇ, ਨਾਮ ਦੀ ਦਾਤ ਮਿਲੇ, ਅੰਮ੍ਰਿਤ ਵੇਲਾ ਮਿਲੇ, ਇਹ ਸਾਰੀਆਂ ਭਾਵਨਾਵਾਂ ਮਹਾਰਾਜ ਦੇ ਘਰ ਪੂਰੀਆਂ ਹੁੰਦੀਆਂ ਰਹੀਆਂ ਹਨ, ਪੂਰੀਆਂ ਹੋ ਰਹੀਆਂ ਹਨ ਤੇ ਪੂਰੀਆਂ ਹੁੰਦੀਆਂ ਰਹਿਣਗੀਆਂ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ, ਬਸ ਭਾਵਨਾ ਬਣ ਜਾਏ। ਇਸ ਤਰ੍ਹਾਂ ਮਹਾਰਾਜ ਦੇ ਘਰੋਂ ਮਨ ਭਾਏ ਪਦਾਰਥ, ਮਨ ਭਾਏ ਜਿਹੜੇ ਫੁਰਨੇ ਨੇ ਉਹਨਾਂ ਨੂੰ ਪ੍ਰਾਪਤ ਕਰ ਰਹੇ ਹਨ। ਹੋਣ ਲਗੀ ਅਰਦਾਸ ਅਗਾਰੀ, ਤੇ ਮਹਾਰਾਜ ਜੀ ਦਾ ਜਦ ਪਾਵਨ ਪਹਿਲਾ ਦੀਦਾਰ ਪ੍ਰਾਪਤ ਹੋਇਆ ਤੇ ਇੱਥੇ ਪਦਾਰਥਾਂ ਦੇ ਢੇਰ ਲੱਗ ਗਏ, ਅੰਬਾਰ ਲੱਗ ਗਏ, ਤੇ ਅਰਦਾਸਾਂ ਹੋਣ ਲੱਗ ਪਈਆਂ ਵੀ ਸੱਚੇ ਪਾਤਸ਼ਾਹ, ਕਿਉਂਕਿ ਭੀਖਣ ਸ਼ਾਹ ਨੇ ਸਭ ਨੂੰ ਪਹਿਲਾਂ ਵੀ ਕਿਹਾ ਸੀ ਇਹ ਮੇਰਾ ਖੁਦਾ ਆਇਆ ਹੈ, ਮੇਰਾ ਖੁਦਾ ਆਇਆ ਹੈ। ਤੇ ਸਾਰਿਆਂ ਨੂੰ ਯਕੀਨ ਵੀ ਹੈ ਵੀ ਅਗਲੇ 10ਵੇਂ ਪਾਤਸ਼ਾਹ ਵੀ ਇਹੀ ਨੇ, ਜੋਤ ਹੈ, ਫਰਕ ਕੋਈ ਨਹੀਂ। ਤੇ ਉਸ ਤਰ੍ਹਾਂ ਨਾਲ ਸਾਰੇ ਭੇਟਾਵਾਂ ਅਰਪਣ ਕਰ ਰਹੇ ਹਨ, ਅਰਦਾਸਾਂ ਕਰ ਰਹੇ ਹਨ। ਵਸਤਰ ਵਿਭੂਖਨ ਅਰਪਤ ਭਾਰੀ, ਤੇ ਵੱਡੀ ਤਾਦਾਦ ਵਿੱਚ ਬਸਤਰ ਗਹਿਣੇ। ਸਾਧ ਸੰਗਤ ਦੇ ਅਵਸਥਾ ਮੁਤਾਬਕ ਗਹਿਣੇ ਵੱਖ-ਵੱਖ ਹੁੰਦੇ ਨੇ।
ਬਾਲਪਨੇ ਵਿੱਚ ਗਹਿਣੇ ਵੱਖ ਹੁੰਦੇ ਨੇ, ਅਲੱਗ ਤਰ੍ਹਾਂ ਦੇ ਤੜਾਗੀ ਆਦਿਕ ਹੁੰਦੀ ਹੈ। ਬੰਦਾ ਜਵਾਨ ਹੋ ਜਾਂਦਾ ਹੈ ਫਿਰ ਕੰਠਾ ਆਦਿਕ ਹੁੰਦਾ ਹੈ। ਇਸ ਤਰ੍ਹਾਂ ਅਵਸਥਾ ਮੁਤਾਬਕ ਬਾਲ ਅਵਸਥਾ ਹੈ ਮਹਾਰਾਜ ਜੀ ਦੀ, ਤੇ ਉਸ ਤਰ੍ਹਾਂ ਦੇ ਗਹਿਣੇ ਆਦਿਕ ਲੈ ਕੇ ਆ ਰਹੇ ਹਨ। ਬਾਹੋ ਸੋ ਭੀਖ ਬੁਲਵਾਏ। ਫਿਰ ਮਾਤਾ ਜੀਆਂ ਨੇ ਭੀਖ ਸ਼ਾਹ ਨੂੰ, ਭੀਖਣ ਸ਼ਾਹ ਨੂੰ ਬੁਲਾਇਆ, ਆਖਿਆ ਆ ਜਾਓ, ਜਿਸ ਦਾ ਦਰਸ਼ਨ ਕਰਨ ਲਈ ਇਤਨਾ ਜ਼ਫਰ ਜਾਲ ਕੇ, ਇਤਨਾ ਕਸ਼ਟ ਸਹਿ ਕੇ, ਇਹ ਠੰਡ ਵਿੱਚ ਇਤਨੀ ਲੰਬੀ ਯਾਤਰਾ ਕਰਕੇ ਆਇਓ। ਆਓ ਆਪਣੀ ਇੱਛਾ ਪੂਰੀ ਕਰ ਲਓ, ਆਓ ਦਰਸ਼ਨ ਕਰ ਲਵੋ। ਮਨ ਬਾਂਛਤ ਦਰਸੋ ਸੁਖਦਾਇਵ। ਇਹ ਸਾਰੇ ਸੁਖ ਪ੍ਰਦਾਨ ਕਰਨ ਵਾਲਾ ਦਰਸ਼ਨ ਮਨ ਪਾਉਂਦਾ ਆਪ ਇਹ ਕਰੋ। ਹਰ ਖਤ ਉਰੇ ਉਠੇ ਅੰਤਰ ਹੋਵਾ। ਬਹੁਤ ਪ੍ਰਸੰਨ ਹੋਇਆ ਪੀਰ ਭੀਖਨ ਸ਼ਾਹ, ਨੇਤਰਾਂ ਵਿੱਚ ਜਲ ਆ ਗਿਆ, ਹੱਥ ਜੁੜ ਗਏ, ਗਰੀਵਾ ਝੁਕ ਗਈ ਤੇ ਆਖਿਆ ਅੱਜ ਖੁਦਾ ਨੇ ਖੁਦ ਬੁਲਾ ਲਿਆ ਹੈ। ਇਹ ਨਹੀਂ ਕਿਹਾ ਮੈਂ ਆਇਆ ਹਾਂ, ਆਖਿਆ ਖੁਦਾ ਨੇ ਖੁਦ ਬੁਲਾ ਲਿਆ ਹੈ, ਖੁਦਾ ਲੈ ਕੇ ਆਇਆ ਹੈ। ਤੇ ਇਸ ਤਰ੍ਹਾਂ ਜ਼ਮੀਨ ਤੇ ਸਿਰ ਰੱਖ ਕੇ ਮੱਥਾ ਟੇਕਣ ਲੱਗ ਪਏ। ਤੇ ਸਾਧ ਸੰਗਤ ਅਸਲੀਅਤ ਇਹੀ ਹੈ, ਕੋਈ ਮੰਨੇ ਨਾ ਮੰਨੇ ਉਹਦੀ ਮਰਜ਼ੀ ਹੈ। ਅਸੀਂ ਕਿਸੇ ਨੂੰ ਜ਼ਬਰਦਸਤੀ ਮਨਾਉਣਾ ਨਹੀਂ ਚਾਹੁੰਦੇ, ਪਰ ਸਚਾਈ ਇਹ ਹੈ ਕਿ ਤੁਸੀਂ ਜਿਤਨੇ ਆਏ ਹੋ ਆਪਣੇ ਬਲ ਨਾਲ ਨਹੀਂ ਆਏ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲੈ ਕੇ ਆਏ। ਇਸ ਗੱਲ ਨੂੰ ਤੁਸੀਂ ਮਹਿਸੂਸ ਵੀ ਕਰਦੇ ਹੋ। ਸਾਧ ਸੰਗਤ ਬੜੇ ਗੁਰਮੁਖ ਪਿਆਰੇ ਮਿਲਦੇ ਨੇ, ਕੋਈ ਹਫਤਾ ਰਹਿ ਕੇ ਜਾਂਦਾ ਹੈ, ਕੋਈ 10 ਦਿਨ ਰਹਿ ਕੇ ਜਾਂਦਾ ਹੈ, ਕੋਈ 3 ਦਿਨ ਰਹਿ ਕੇ ਜਾਂਦਾ, ਤੇ ਬੜਿਆਂ ਦੇ ਜਾਣ ਵੇਲੇ ਅੱਖਾਂ ਵਿੱਚ ਆਂਸੂ ਆ ਜਾਂਦੇ। ਤੇ ਜੇ ਪੁੱਛੀਏ ਵੀ ਕਿਉਂ ਮਨ ਛੋਟਾ ਕਰਦੇ ਹੋ, ਤੇ ਕਹਿੰਦੇ ਨੇ ਦਰਅਸਲ ਗੱਲ ਇਹ ਹੈ, ਆਏ ਤਾਂ ਔਖੇ ਹੋ ਕੇ ਆ, ਪਹਿਲੇ ਸੋਚਦੇ ਸੀ ਪਤਾ ਨਹੀਂ ਕੀ ਹੋਵੇਗਾ, ਕਿਵੇਂ ਪਹੁੰਚਾਂਗੇ, ਪਰ ਹੁਣ ਜਾਣ ਨੂੰ ਮਨ ਹੀ ਨਹੀਂ ਕਰਦਾ ਪਿਆ। ਹੁਣ ਤੇ ਵਾਪਸ ਜਾਣ ਨੂੰ ਹੀ ਨਹੀਂ ਮਨ ਕਰਦਾ। ਤੇ ਮੈਂ ਕਹਿੰਦਾ ਉਹਨਾਂ ਅਰਦਾਸ ਕਰੋ ਕਿ ਗੁਰੂ ਮਹਾਰਾਜ ਜਲਦੀ ਜਲਦੀ ਤੁਹਾਨੂੰ ਫਿਰ ਲੈ ਆਉਣ, ਫਿਰ ਦੀਦਾਰ ਬਖਸ਼ਣ, ਫਿਰ ਆਪਣੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰਨ। ਇਸ ਤਰ੍ਹਾਂ ਬੜੇ ਪ੍ਰੇਮ ਨਾਲ ਭਿੱਜਿਆ ਹੋਇਆ ਭੀਖਨ ਸ਼ਾਹ ਦਾ ਹਿਰਦਾ ਹੈ, ਤੇ ਉੱਠ ਖੜਾ ਹੋਇਆ ਦਰਸ਼ਨ ਕਰਨ ਆਉਣ ਲਈ। ਥਿਤ ਸਮੀਪ ਕਰ ਅਦਬ ਖਰੋਵਾ। ਤੇ ਸਿਰ ਨਿਵਾ ਕੇ ਹੱਥ ਜੋੜ ਕੇ ਸੇਜਲ ਨੇਤਰਾਂ ਨਾਲ ਬਹੁਤ ਅਦਬ ਵਿੱਚ ਆ ਕੇ ਲਾਗੇ ਮਹਾਰਾਜ ਜੀ ਦੇ ਪਾਲਣੇ ਦੇ ਖੜਾ ਹੋ ਗਿਆ। ਬੰਦਨ ਕਰ ਤਸਬੀਹ ਜਿਸ ਹਾਥ। ਬੰਦਨਾ ਕੀਤੀ, ਜ਼ਮੀਨ ਤੇ ਸਿਰ ਰੱਖਿਆ, ਡੰਡੋਤ ਬੰਦਨਾ ਇਸਨੇ ਕੀਤੀ, ਤੇ ਹੱਥ ਵਿੱਚ ਇਹਦੇ ਤਸਬੀਹ ਹੈ। ਤਸਬੀਹ ਮਾਲਾ ਨੂੰ ਕਹਿੰਦੇ, ਅੱਲਾਹੂ ਅੱਲਾਹੂ ਦਿਨ ਰਾਤ ਕਰਦਾ। ਉਹ ਮਾਲਾ ਹੱਥ ਵਿੱਚ ਪਕੜੀ ਹੋਈ ਹੈ ਤੇ ਮੱਥਾ ਟੇਕਿਆ ਹੈ, ਬੰਦਨਾ ਕੀਤੀ ਹੈ। ਬੋਲਤ ਭਇਓ ਸਤੁਤ ਸੁਭ ਗਾਥ। ਤੇ ਆਪਣੇ ਮੁਖੜੇ ਨਾਲ ਮਹਾਰਾਜ ਜੀ ਦੀ ਸ਼ੁਭ ਉਪਮਾ ਕਰਨ ਲੱਗ ਪਿਆ ਹੈ। ਪਾਕ ਬਿਪਾਕ ਰਹੀਮ ਕਬੀਰ। ਆਖਿਆ ਹੈ ਪਤ ਪਾਤਸ਼ਾਹ ਪਵਿੱਤਰ ਤੋਂ ਵੀ ਪਵਿੱਤਰ ਹੋ, ਰਹਿਮਤ ਕਰਨ ਵਾਲੇ ਹੋ, ਤੇ ਕਬੀਰ ਦਾ ਮਤਲਬ ਸਭ ਤੋਂ ਵੱਡੇ। ਅੱਜ ਤੱਕ ਭੀਖਨ ਸ਼ਾਹ ਨੇ ਕਿਹਾ ਪਾਕ ਬਿਪਾਕ ਰਹੀਮ ਕਰੀਮ ਕਬੀਰ। ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਮੇਰੇ ਖੁਦਾ, ਅੱਜ ਤੱਕ ਜਿਤਨੇ ਪੀਰ ਪੈਗੰਬਰ ਔਲੀਆ ਤੇ ਮਹਾਂਪੁਰਖ ਆਏ ਹਨ, ਉਹਨਾਂ ਸਾਰਿਆਂ ਤੋਂ ਵੱਡੇ ਤੁਸੀਂ ਆਏ ਹੋ। ਕਬੀਰ ਦਾ ਮਤਲਬ ਹੀ ਹੈ ਸਭ ਤੋਂ ਵੱਡਾ। ਬਖਸ਼ੋ ਗੁਨਹ ਪੀਰ ਕੇ ਪੀਰ। ਇਹ ਸਾਰੇ ਮਹਾਨ ਪੀਰਾਂ ਦੇ ਪੀਰ, ਪੀਰਾਂ ਨੇ ਪੀਰ,
ਸੱਚੇ ਪਾਤਸ਼ਾਹ ਮੇਰੇ ਗੁਨਾਹ ਮਾਫ ਕਰ ਦਿਓ। ਸ੍ਰੀ ਨਾਨਕ ਸ੍ਰੀ ਕਾਲੂ ਨੰਦਨ ਆਪ ਹੀ ਕਾਲੂ ਜੀ ਦੇ ਸੁਪੁੱਤਰ ਗੁਰੂ ਨਾਨਕ ਹੋ। ਸ੍ਰੀ ਬੇਦੀ ਕੁਲ ਚੰਦ ਸੁਬੰਦਨ ਆਪ ਹੀ ਬੇਦੀ ਕੁਲ ਦੇ ਮਹਾਨ ਚੰਦ ਹੋ ਤੇ ਮੈਂ ਬੰਦਨਾ ਕਰਦਾ ਹਾਂ। ਜਸ ਬਿਲੰਦ ਅਨਿੰਦ ਮੁਕੰਦ ਆਪ ਜੀ ਦਾ ਜਸ ਬਹੁਤ ਬੁਲੰਦ ਹੈ। ਆਨੰਦ ਦੇ ਸਾਗਰ ਹੋ, ਮੁਕਤੀ ਦੇ ਦਾਤੇ ਹੋ। ਖਲਕ ਮੁਮਾਰਖ ਦਿਪੋ ਅਮੰਦ ਆਪ ਮਹਾਨ ਪਵਿੱਤਰ ਬੇਦਾਗ ਚੰਦਰਮਾ ਹੋ ਤੇ ਸਾਰੀ ਖਲਕਤ ਤੁਹਾਨੂੰ ਨਮਸਕਾਰਾਂ ਕਰ ਰਹੀ ਹੈ। ਰਾਏ ਬੁਲਾਰੇ ਉਧਾਰਨ ਕਰਿਓ ਆਪ ਹੀ ਗੁਰੂ ਨਾਨਕ ਹੋ, ਪਹਿਲੇ ਜਾਮੇ ਤੁਸੀਂ ਰਾਏ ਬੁਲਾਰ ਦਾ ਉਧਾਰ ਕੀਤਾ ਹੈ। ਦੌਲਤ ਖਾਂ ਕੋ ਦੁਖ ਪਰ ਹਰਿਓ ਤੇ ਨਵਾਬ ਦੌਲਤ ਖਾਨ ਦਾ ਵੀ ਤੁਸੀਂ ਸਾਰਾ ਦੁੱਖ ਦੂਰ ਕਰ ਦਿੱਤਾ, ਵਿਛੋੜੇ ਦਾ ਉਹਨੂੰ ਆਪਣੇ ਨਾਲ ਮਿਲਾ ਲਿਆ। ਪੀਰ ਬ੍ਰਿੰਦ ਕੇ ਤਕ ਮੁਲਤਾਨ ਤੇ ਬਹੁਤ ਵੱਡੇ ਵੱਡੇ ਪੀਰ ਮੁਲਤਾਨ ਵਿੱਚ ਸਨ, ਉਹ ਵੀ ਤੁਹਾਡੇ ਸੇਵਕ ਹੋਏ। ਸਭ ਕੋ ਸ਼ਾਂਤੀ ਦੀਨ ਦੁਖ ਹਾਨ ਤੁਸੀਂ ਸਭ ਦੇ ਹਿਰਦਿਆਂ ਨੂੰ ਠੰਡ ਪਾਈ ਹੈ ਤੇ ਤ੍ਰਿਸ਼ਨਾ ਅੱਗ ਦੀ ਦੁੱਖ ਦਾ ਨਿਵਾਰਣ ਕਰ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਪਰ ਹਿੰਦ ਤੁਰ ਕਨ ਕਿਆ ਗਿਣਤੀ ਆਪ ਨੇ ਪਹਿਲੇ ਜਾਮੇ ਵਿੱਚ ਕਿੰਨੇ ਹਿੰਦੂਆਂ ਨੂੰ ਤੇ ਤੁਰਕਾਂ ਨੂੰ ਤਾਰਿਆ, ਗਿਣਤੀ ਕੋਈ ਨਹੀਂ। ਬਹੁਤ ਲੋਕਾਂ ਦਾ ਉਹ ਕਲਿਆਣ ਕੀਤਾ। ਹਰੇ ਨਿਹਾਲ ਸਰੋਨ ਸੁਨ ਬਿਨਤੀ ਜਿਸ ਨੇ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਉਹਨੂੰ ਨਿਹਾਲ ਨਿਹਾਲ ਕਰ ਦਿੱਤਾ। ਜੋ ਜੋ ਸਰਨ ਆਨ ਕਰ ਪਰਿਓ ਤੇ ਜਿਹੜਾ ਜਿਹੜਾ ਤੁਹਾਡੀ ਚਰਨ ਸ਼ਰਨ ਵਿੱਚ ਆਇਆ, ਕਿਰਪਾ ਦ੍ਰਿਸ਼ਟ ਕਰ ਜਿਸ ਹੈ ਨਿਹਰਿਓ ਜਿਸ ਵੱਲ ਵੀ ਤੁਸੀਂ ਮਿਹਰ ਭਰੀ ਨਜ਼ਰ ਕੀਤੀ, ਸੋ ਚਤੁਰ ਪਦਾਰਥ ਪਾਪਤ ਉਹਨਾਂ ਸਾਰਿਆਂ ਨੂੰ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼ ਪ੍ਰਾਪਤ ਹੋਏ। ਫਕੀਰ ਦੇ ਲਿਵ ਸਤ ਸੁਜਾਪਤ ਤੇ ਉਹਨਾਂ ਦੀ ਸੁਰਤ ਸਤਨਾਮ ਨਾਲ ਜੁੜ ਗਈ। ਪਹਿਲੇ ਜਾਮੇ ਦੇ ਕ੍ਰਿਸ਼ਮੇ ਬਿਆਨ ਰਿਹਾ ਹੈ। ਲਵ ਤਿਨੋਂ ਕੋ ਕਛੂ ਨ ਰਹਿਓ ਪਹਿਲੇ ਜਾਮੇ ਦਾ ਹੀ ਜਿਨ੍ਹਾਂ ਨੇ ਦਰਸ਼ਨ ਕੀਤਾ ਉਹਨਾਂ ਨੂੰ ਸਾਰਾ ਕੁਝ ਸੌਖਾ ਹੀ ਪ੍ਰਾਪਤ ਹੋ ਗਿਆ, ਉਹਨਾਂ ਵਾਸਤੇ ਦੁਰਲਭ ਕੁਛ ਨਾ ਰਿਹਾ। ਰਾਵਰ ਜਿਸ ਕੋ ਨਿਜ ਲਹਿਓ ਆਪ ਨੇ ਜਿਹਨੂੰ ਆਪਣਾ ਬਣਾ ਲਿਆ ਜਾਂ ਜਿਹਨੇ ਤੁਹਾਨੂੰ ਆਪਣਾ ਸਵੀਕਾਰ ਕੀਤਾ। ਸੂਰਤ ਸੁੰਦਰ ਮੂਰਤ ਪਾਕ ਆਪ ਮਹਾਨ ਸੁੰਦਰਤਾ ਦੀ ਸੂਰਤ ਤੇ ਮੂਰਤ ਹੋ ਪਵਿੱਤਰਤਾ ਦੀ। ਤੁਮਰੋ ਦਰਸ਼ਨ ਨ ਜਿਮ ਬਾਕ ਇਹ ਸੱਚੇ ਪਾਤਸ਼ਾਹ ਤੁਹਾਡਾ ਜਿਹੜਾ ਦਰਸ਼ਨ ਹੈ ਨਾ, ਫਾਰਸੀ ਵਿੱਚ ਬਾਕ ਡਰ ਨੂੰ ਕਹਿੰਦੇ। ਤੁਹਾਡਾ ਦਰਸ਼ਨ ਜਿਹਨੂੰ ਹੋ ਜਾਏ ਉਹਨੂੰ ਜਮਾਂ ਦਾ ਡਰ ਨਹੀਂ ਰਹਿ ਜਾਂਦਾ। ਜਮ ਉਹਦੇ ਸਾਹਮਣੇ ਦਰਸ਼ਨ ਨਹੀਂ ਦਿੰਦਾ, ਭਾਵ ਜਮ ਨਹੀਂ ਉਹਨੂੰ ਲੈਣ ਆਉਂਦਾ, ਉਹਨੂੰ ਤੁਸੀਂ ਆਪ ਹੀ ਲੈਣ ਆਉਂਦੇ ਹੋ। ਜ਼ਾਹਿਰ ਜਗ ਮੈਂ ਜਬਰ ਜਹੂਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਡਾਢਾ ਪ੍ਰਕਾਸ਼ ਬਲ ਸਾਰੇ ਜਗਤ ਤੇ ਪ੍ਰਗਟ ਹੈ। ਹਾਜ਼ਰ ਜੈ ਕੈ ਦਾਸ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਤੁਹਾਡੇ ਸੇਵਕ ਤੁਹਾਨੂੰ ਯਾਦ ਕਰਦੇ ਨੇ ਉੱਥੇ ਤੁਸੀਂ ਮੌਜੂਦ ਹੋ ਜਾਂਦੇ ਹੋ, ਉੱਥੇ ਪਹੁੰਚ ਜਾਂਦੇ ਹੋ। ਮਨਸੁਖ ਦਾ ਜਹਾਜ਼ ਆਪਨੇ ਹੀ ਪਾਰ ਕੀਤਾ, ਨਵੇਂ ਜਾਮੇ 'ਚ ਮੱਖਣ ਸ਼ਾਹ ਦਾ ਜਹਾਜ਼ ਆਪਨੇ ਹੀ ਪਾਰ ਕੀਤਾ, ਤੇ ਨਵੇਂ ਜਾਮੇ 10ਵੇਂ ਜਾਮੇ 'ਚ ਔਰੰਗਜ਼ੇਬ ਦੇ ਜ਼ੁਲਮ ਦੇ ਸਾਗਰ 'ਚੋਂ ਹਿੰਦੂ ਧਰਮ ਦਾ ਬੇੜਾ ਆਪਣਾ ਸੀਸ ਦੇ ਕੇ ਕਿਹਨੇ ਪਾਰ ਕੀਤਾ ਹੈ? ਆਪ ਪਾਰ ਕਰਨ ਵਾਲੇ ਹੋ। ਇਤਿਆਦਕ ਮਹਿਮਾ ਗਾ ਰਿਹਾ ਹੈ, ਪਰ ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਆਪ ਕੱਲ ਗੁਰੂ ਮਿਹਰ ਸਦਕਾ ਸਰਵਣ ਕਰੋਗੇ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪਨੇ ਸਰਵਣ ਕੀਤਾ। ਸਾਰਿਆਂ ਦੀਆਂ ਹਾਜ਼ਰੀਆਂ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪਿਆਰਮਈ ਰਜਿਸਟਰ ਵਿੱਚ ਲਿਖ ਲੈਣ ਤੇ ਪ੍ਰਵਾਨ ਕਰ ਲੈਣ। ਸੇਵਾਵਾਂ ਭੇਟਾਵਾਂ ਬੇਨਤੀਆਂ ਮਹਾਰਾਜ ਪ੍ਰਵਾਨ ਕਰਨ, ਐਸੀ ਮੇਰੀ ਪ੍ਰਾਰਥਨਾ ਹੈ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ।
ਆਓ 2 ਮਿੰਟ ਸਾਰੇ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ ਤੇ ਫਿਰ ਖਿਮਾ ਪ੍ਰਾਰਥੀ ਹੋਵਾਂਗੇ। ਵਾਹਿਗੁਰੂ 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 ਸਾਰੇ ਜਪੋ ਵਾਹਿਗੁਰੂ 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 ਵਾਹਿਗੁਰੂ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।